ਸਤਿ ਸ਼੍ਰੀ ਅਕਾਲ, ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। 16 ਸਾਲ ਦੀ ਲੁਧਿਆਣਾ ਦੀ ਵਸਨੀਕ ਨਮਿਆ ਜੋਸ਼ੀ ਲੰਡਨ ਸਿੱਖਿਆ ਸੰਮੇਲਨ 'ਚ ਹਿੱਸਾ ਲਵੇਗੀ। ਜੋਸ਼ੀ ਨੂੰ ਬੈਟ ਆਰਗੇਨਾਈਜੇਸ਼ਨ ਵੱਲੋਂ ਹਿੱਸਾ ਲੈਣ ਲਈ ਬੁਲਾਇਆ ਗਿਆ ਹੈ। ਜੋਸ਼ੀ 16 ਸਾਲ ਦੀ ਹੈ ਅਤੇ ਉਹ +1 ਦੀ ਵਿਦਿਆਰਥਣ ਹੈ ਅਤੇ ਉਹ ਭਾਰਤ ਦੀ ਪਹਿਲੀ ਵਿਦਿਆਰਥਣ ਹੈ ਜਿਸ ਨੂੰ ਪਹਿਲੀ ਵਾਰ ਇੰਨੇ ਵੱਡੇ ਇਵੈਂਟ ਵਿੱਚ ਸੰਬੋਧਨ ਕਰਨ ਲਈ ਬੁਲਾਇਆ ਗਿਆ ਹੈ। ਜੋਸ਼ੀ ਨੂੰ ਪਹਿਲਾਂ ਵੀ ਕਈ ਪੁਰਸਕਾਰ ਮਿਲ ਚੁੱਕੇ ਹਨ ਅਤੇ ਉਸ ਨੂੰ ਪ੍ਰਧਾਨ ਮੰਤਰੀ ਅਵਾਰਡ ਵੀ ਮਿਲ ਚੁੱਕਾ ਹੈ। ਉਹ ਕਰੀਬ 15,000 ਵਿਦਿਆਰਥੀਆਂ ਅਤੇ ਟੀਚਰਾਂ ਨੂੰ ਆਨਲਾਈਨ ਟ੍ਰੇਨਿੰਗ ਦੇ ਰਹੇ ਹਨ। ਨਮਿਆ ਜੋਸ਼ੀ ਦੇ ਮਾਤਾ-ਪਿਤਾ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹਨ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋर्ट। मेरा नाम मोनिका जोशी और मैं IT ਹੈਡ ਸਤਪਾਲ ਮਿੱਤਲ ਸਕੂਲ ਤੇ ਮੈਂ BRS ਨਗਰ ਲੁਧਿਆਣਾ 'ਚ ਰਹਿੰਦੀ ਹਾਂ। ਤੁਸੀਂ ਕੀ ਕਰਦੇ ਹੋ? ਤੁਹਾਡੇ ਕੌਣ ਹੈ ਜਿਹਨੂੰ ਅੱਗੇ ਤੋਂ ਜਾਣ ਦਾ ਮੌਕਾ ਮਿਲੇ? ਕੌਣ ਹੈ? ਨਾਮਿਆ ਮੇਰੀ ਡਾਟਰ ਹੈ। ਸੋ ਇਹ ਬੈਟ ਵਿੱਚ ਐਜ਼ ਅ ਕੀ ਨੋਟ ਸਪੀਕਰ ਜਾ ਰਹੀ ਹੈ। ਕਿੰਨੀ ਕੁ ਤੁਹਾਨੂੰ ਖੁਸ਼ੀ ਹੋਈ ਹੈ? ਕਿੱਦਾਂ ਤੁਸੀਂ ਰਿਐਕਟ ਕੀਤਾ ਜਦੋਂ ਤੁਹਾਨੂੰ ਪਤਾ ਲੱਗਾ? ਇਹ ਹਮੇਸ਼ਾ ਕਹਿੰਦੀ ਹੁੰਦੀ ਸੀ, ਮੰਮਾ ਬੈਟ ਸਭ ਤੋਂ ਵੱਡਾ ਪਲੇਟਫਾਰਮ ਹੈ ਕਿ ਆਪਾਂ ਕਦੀ ਇੱਥੇ ਅਟੈਂਡ ਕਰਨ ਜਾਵਾਂਗੇ, ਪਰ ਕਦੀ ਇਹ ਨਹੀਂ ਸੋਚਿਆ ਸੀਗਾ ਕਿ ਇਹਨੂੰ ਐਜ਼ ਅ ਕੀ ਨੋਟ ਸਪੀਕਰ ਬਣਨ ਦਾ ਮੌਕਾ ਮਿਲੇਗਾ। ਅਸੀਂ ਸੋਚਦੇ ਸੀ ਕਿ ਚਲੋ ਠੀਕ ਹੈ, ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਕਿ ਸ਼ਾਇਦ ਚਲੋ ਇੱਕ ਟਾਕ ਲੈਣ ਲਈ ਬੁਲਾ ਰਿਹਾ, ਬਟ ਇੱਕ ਇਵੈਂਟ ਦੀ ਸ਼ੁਰੂਆਤ ਕਰਨੀ, ਉਹ ਵੀ 16 ਸਾਲ ਦੀ ਉਮਰ ਵਿੱਚ, ਇੱਕ ਪੈਰੈਂਟਸ ਲਈ ਐਜ਼ ਅ ਮਦਰ ਮੇਰੇ ਲਈ ਬਹੁਤ ਪ੍ਰਾਊਡ ਫੀਲਿੰਗ ਹੈ। ਕਿੱਦਾਂ ਤੁਸੀਂ ਉਹ ਕਿੱਦਾਂ ਉਹਨੇ ਇੰਨਾ ਐਡਵਾਂਸ ਸੋਚਿਆ? ਤੁਸੀਂ ਕਿੰਨਾ ਉਹਦੀ ਹੈਲਪ ਕੀਤੀ? ਕਿੱਦਾਂ ਟ੍ਰੇਨ ਕੀਤਾ? ਤੁਸੀਂ ਕਿੱਦਾਂ ਦੀ ਤਿਆਰੀ ਕਰਦੇ ਹੋ? ਇਹ ਸ਼ੁਰੂ ਤੋਂ ਹੀ ਛੋਟੇ ਹੁੰਦੇ ਤੋਂ ਹੀ ਬਹੁਤ ਐਕਟਿਵ ਸੀ ਤੇ ਮੀਨਸ ਇਹਨੂੰ ਹਰ ਚੀਜ਼ 'ਚ ਬਹੁਤ ਇੰਟਰਸਟ ਸੀ ਤੇ ਇਹਦੀ એનર્ਜੀ ਚੈਨਲਾਈਜ਼ ਕਰਨ ਲਈ ਮੈਨੂੰ ਇੱਦਾਂ ਲੱਗਿਆ ਕਿ ਇਹਨੂੰ ਕਿੱਥੇ ਕਿਸੇ ਇਨੋਵੇਟਿਵ ਜਾਂ ਇੰਟਰਸਟਿੰਗ ਕੰਮ ਦੇ ਵਿੱਚ ਪਾਉਣਾ ਚਾਹੀਦਾ ਹੈ। ਤੇ ਜਦੋਂ ਕਲਾਸ 5th ਵਿੱਚ ਸੀ, ਇਹਨੇ ਪਹਿਲਾ ਟੌਪ ਟੈਕ ਸੈਵੀਜ਼ ਸਟੂਡੈਂਟ ਆਫ ਇੰਡੀਆ ਦਾ ਅਵਾਰਡ ਜਿੱਤਿਆ ਤੇ ਉਹ ਮੈਨੂੰ ਲੱਗਦਾ ਇੱਕ ਪਹਿਲਾ ਮਾਈਲਸਟੋਨ ਸੀ ਜਿਹੜਾ ਇਹਨੇ ਜਿੱਤਿਆ, ਜਿਹਦੇ ਵਿੱਚ ਸਾਡੀ ਬਹੁਤ ਸਪੋਰਟ ਸੀ। ਬਟ ਆਫਟਰ ਦੈਟ ਇਹਨੂੰ ਖੁਦ ਨੂੰ ਇੰਟਰਸਟ ਆਇਆ ਕਿ ਮੈਂ ਇਹ ਚੀਜ਼ ਵਿਨ ਕੀਤੀ ਹੈ ਤੇ ਇਹ ਮੇਰੇ ਲਈ ਬਹੁਤ ਵੱਡੀ ਇੱਕ ਮਤਲਬ ਉਪਲਬਧੀ ਹੈ ਤੇ ਬਸ ਸਾਡਾ ਸਹਿਯੋਗ ਹੈ। ਅਸੀਂ ਹਮੇਸ਼ਾ ਮੋਟੀਵੇਟ ਕਰਦੇ ਹਾਂ। ਇੱਕ ਐਜ਼ ਪੈਰੈਂਟਸ ਸਾਡੀ ਡਿਊਟੀ ਵੀ ਬਣਦੀ ਹੈ। ਕਿੱਦਾਂ ਜਾਣ ਦੀਆਂ ਤਿਆਰੀਆਂ ਕਰ ਰਹੇ ਹੋ? ਐਕਸਾਈਟਡ ਹੋ? ਕਿੱਦਾਂ ਸੋਚ ਰਹੇ ਹੋ? ਕਿੱਦਾਂ ਦਾ ਮੌਕਾ ਹੋਊਗਾ? ਲੋਕ ਵੀ ਮਿਲਦੇ ਹੋਣਗੇ, ਕੁਝ ਕਹਿੰਦੇ ਹੋਣਗੇ ਵੀ ਬੜੀ ਬੱਚੀ ਨੇ ਵੱਡੀ ਪ੍ਰਾਪਤੀ ਕੀਤੀ ਹੈ। ਮੈਂ ਬਿਲੀਵ ਕਰਦੀ ਹਾਂ ਗੋ ਵਿਦ ਦ ਫਲੋ, ਕਿ ਤਿਆਰੀ ਤਾਂ ਠੀਕ ਹੈ, ਇੱਕ ਵੱਡਾ ਪਲੇਟਫਾਰਮ ਹੈ, ਤਿਆਰੀ ਬਹੁਤ ਅੱਛੀ ਤਰ੍ਹਾਂ ਕਰਨੀ ਚਾਹੀਦੀ ਹੈ, ਬਟ ਠੀਕ ਹੈ, ਭਗਵਾਨ ਨੇ ਜਿੱਥੇ ਇੱਥੇ ਤੱਕ ਪਹੁੰਚਾਇਆ ਅੱਗੇ ਵੀ ਬਹੁਤ ਵਧੀਆ ਕਰਾਂਗੇ, ਤਾਂ ਇਸ ਲਈ ਐਕਸਾਈਟਿਡ ਤਾਂ ਹਾਂ, ਬਟ ਹਾਂ ਜਿਸ ਤਰ੍ਹਾਂ ਚੱਲਦੇ ਜਾ ਰਹੇ ਮੈਂ ਉਹਦੇ ਵਿੱਚ ਬਿਲੀਵ ਕਰਦੀ ਹਾਂ। ਤੁਹਾਨੂੰ ਲੱਗਦਾ ਵੀ ਤੁਹਾਡੀ ਬੱਚੀ ਨੇ ਮਿਹਨਤ ਕੀਤੀ ਹੋਊਗੀ ਤਾਂ ਕਿ ਉਹ ਅਚੀਵ ਕਰ ਸਕੀ ਹੈ? ਬਿਲਕੁਲ ਉਹਨੇ ਮਿਹਨਤ ਕੀਤੀ ਹੈ। ਕੁਛ ਉਹਨਾਂ ਨੇ ਸੋਚਿਆ, ਉਹਨਾਂ ਨੇ ਦਾ ਪ੍ਰੋਫਾਈਲ ਦੇਖਿਆ ਹੋਏਗਾ ਕਿ ਹਾਂ ਕਿ ਇਹ ਮਾਇਨੇ ਰੱਖਦੀ ਹੈ ਕਿ ਇਸ ਇਵੈਂਟ ਦੇ ਵਿੱਚ ਵੱਡੇ ਵੱਡੇ ਲੋਕ ਆ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਆ ਤੇ ਇੱਕ 16 ਸਾਲ ਦੀ ਬੱਚੀ ਇੰਡੀਆ 'ਚੋਂ ਫਸਟ ਟਾਈਮ ਐਜ਼ ਅ ਕੀ ਨੋਟ ਸਪੀਕਰ ਜਾ ਰਹੀ ਹੈ ਤੇ ਉਹਨਾਂ ਨੂੰ ਕੁਛ ਲੱਗਿਆ ਹੋਏਗਾ ਕਿ ਲਾਈਕ ਇਹਦੇ ਵਿੱਚ ਕਾਬਲੀਅਤ ਹੈ। ਇਹਦੇ ਵਿੱਚ ਸਕੂਲ ਦਾ ਵੀ ਬਹੁਤ ਵੱਡਾ ਸਹਿਯੋਗ ਹੈ, ਮਤਲਬ ਕਿ ਲਾਈਕ ਇਹਦੇ ਟੀਚਰਸ ਨੇ, ਪ੍ਰਿੰਸੀਪਲ ਨੇ ਇਹਨੂੰ ਇਹ ਬਣਨ ਦੇ ਲਾਇਕ ਬਣਾਇਆ। ਬਹੁਤ ਛੋਟੀ ਹੈ, ਜਿੱਦਾਂ ਉਹ ਕਹਿੰਦੀ ਹੈ ਮੈਂ 15,000 ਹੋਰ ਨੂੰ ਸਟੂਡੈਂਟ ਤੇ ਬੱਚੇ ਨੂੰ ਮੈਂ ਟ੍ਰੇਨ ਕੀਤਾ ਉਹਦੇ ਚੈਨਲ ਜ਼ਰੀਏ। ਕਿੱਦਾਂ ਲੱਗਦਾ ਤੁਹਾਨੂੰ ਵੀ ਉਹ ਡਿਜ਼ਰਵ ਕਰਦੀ ਸੀ ਜਾਂ ਮਿਹਨਤ ਕਰਕੇ ਜਾ ਰਹੀ ਹੈ ਉੱਥੇ? ਹੋਰ ਕੀ ਆਸ ਕਰਦੇ ਹੋ? ਆਸ ਕਰਦੇ ਹਾਂ ਕਿ ਜੋ ਇਹਦਾ ਮੋਟੋ ਹੈ ਈਚ ਵਨ ਟੀਚ 10 ਤੇ ਉਹਨੂੰ ਪੂਰਾ ਕਰੇ। ਕੁਝ ਸੋਚ ਸਮਝ ਕੇ ਇਹਨੇ ਮੋਟੋ ਬਣਾਇਆ ਤੇ ਜੇ 15,000 ਬੱਚੇ ਅੱਜ ਮਤਲਬ ਕਿ ਲਾਈਕ ਕਿਸੇ ਚੀਜ਼ ਨੂੰ ਸੋਚ ਕੇ ਇਹਨੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਹੈ ਤੇ ਇੰਪੈਕਟ ਹੋਰ ਅੱਗੇ ਮੈਨੂੰ ਲੱਗਦਾ ਹੈ ਹੋਰ ਅੱਗੇ ਵਧਾਏਗੀ। ਤੇ ਜੋ ਇਹਨੇ ਆਪਣਾ ਐਂਟਰਪ੍ਰੇਨਿਓਰ ਆਪਣਾ ਇੱਕ ਸਟਾਰਟਅਪ ਤਿਆਰ ਕਰਨ ਦੀ ਸੋਚੀ ਹੈ, ਇਹ ਉਹਨੂੰ ਵੀ ਪੂਰਾ ਕਰੇਗੀ, ਮੈਨੂੰ ਪੂਰਾ ਵਿਸ਼ਵਾਸ ਹੈ। हाँ, मेरा नाम कुणाल जोशी है। मैं लुधियाना का वासी हाँ। मेरा सॉफ्टवेयर डिवेलपमेंट का बिजनेस है। ਤੁਹਾਡੇ ਕੌਣ ਨੇ, ਕਿਸ ਨੂੰ ਸਿਲੈਕਟ ਕੀਤਾ ਗਿਆ, ਕਿੱਥੇ ਜਾਣਾ, ਕੀ ਕਰਦੇ ਆ? मेरी बेटी नाम्या जोशी है, वो 16 साल की है। ये सतपाल मित्तल स्कूल 11वीं की क्लास पढ़ती है। ਹੁਣ ਉਹਨੂੰ UK ਦੀ ਇੱਕ ਵਰਲਡ ਵਾਈਡ ਜਿਹੜੀ ਬੈਸਟ ਆਰਗੇਨਾਈਜੇਸ਼ਨ ਹੈ ਬੈਟ, ਉਹਦੇ ਵੱਲੋਂ ਇਨਵੀਟੇਸ਼ਨ ਆਇਆ ਕਿ ਉਹ ਉੱਥੇ ਜਾ ਕੇ ਉਹਨਾਂ ਦੇ ਪਲੇਟਫਾਰਮ ਦੇ ਉੱਤੇ
ਇਨਫੋਰਮੇਸ਼ਨ ਦੇ ਸਕੇ ਕਿ ਜਿਹੜੇ ਡਿਜੀਟਲ ਟਰਾਂਸਫੋਰਮੇਸ਼ਨ ਹੋ ਰਹੀ ਹੈ, ਇਹ ਡਿਜੀਟਲ ਟਰਾਂਸਫੋਰਮੇਸ਼ਨ ਦੇ ਥਰੂ, ਗੇਮ ਬੇਸਡ ਲਰਨਿੰਗ ਦੇ ਥਰੂ ਤੁਸੀਂ ਕਿਸ ਵੇ ਨਾਲ ਐਜੂਕੇਸ਼ਨ ਨੂੰ बढ़ावा दे सकते हो। और क्योंकि वो अगर बुक्स नालों ईजी वे नाल समझी जा सकती है, तो उस बेस के उत्ते उन्होंने इनू इवैल्यूएट किया है कि गेम बेस्ड लर्निंग के नाल एजुकेशन ईजी हो सकती है। तो वो किस तरह है, वो पॉइंट ऑफ व्यू नाल उन्होंने इनू कॉल किया है कि तुसी अपना के ओपीनियन रखो इस चीज़ के उत्ते। ਤੁਹਾਡੇ ਕਿੰਨੇ ਬੱਚੇ ਹੈ, ਕਿੱਦਾਂ ਤੁਹਾਨੂੰ ਲੱਗ ਰਿਹਾ ਹੈ, ਕਿ ਮਾਣ ਮਹਿਸੂਸ ਹੋ ਰਿਹਾ, ਕਿੱਦਾਂ ਲੱਗ ਰਿਹਾ? मेरी एक ही बेटी है, तो मैनू बहुत अच्छा लगता है क्योंकि ये इनोवेटिव तो है ही है, हार्ड वर्कर भी है, बहुत मेहनत करती है। और उस पॉइंट ऑफ व्यू नाल इहदा जिहड़ा फोकस है वो एजुकेशन सोसाइटी दे विच एजुकेशन के थ्रू जिहड़ी लिटरेसी है, मतलब उन्होंने किस तरह होर एजुकेट लोगों को किया जा सकता है और ईजी वे नाल एजुकेट किया जा सकता है। ਇਹਦਾ मोटिव काफ़ी देर तो मैं देख रहा कि ऑनलाइन एजुकेशन हो गई ਜਾਂ ਕਈ ਰੂਰਲ ਏਰੀਆਜ਼ ਇੱਦਾਂ ਦੇ ਨੇ ਜਿੱਥੇ ਈਵਨ ਫਿਜ਼ੀਕਲੀ ਸਕੂਲ ਵੀ ਪ੍ਰੋਪਰ ਨਹੀਂ ਹੈਗੇ। ਤੇ ਇਹਨਾਂ ਨੂੰ ਲੱਗਦਾ ਕਿ ਜਿਹੜੀ ਡਿਜੀਟਲ ਟਰਾਂਸਫੋਰਮੇਸ਼ਨ ਜਿਹੜੀ ਹੋਈ ਹੈ, ਅੱਜ ਕੱਲ੍ਹ ਮੋਬਾਈਲ ਬਹੁਤ ਈਜ਼ੀ ਹੋ ਚੁੱਕਾ ਹੈ। ਅਗਰ ਇਹ ਚੀਪੈਸਟ ਵੇ ਦੇ ਨਾਲ ਐਜੂਕੇਸ਼ਨ ਨੂੰ ਆਪਾਂ ਰੂਰਲ ਏਰੀਆ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਸਕੀਏ, ਇਹਦਾ ਮੋਟਿਵ ਉਸ ਵੇ ਨਾਲ ਹੀ ਹੈ ਕਿ ਖਾਸ ਕਰ ਜਿੱਦਾਂ ਸਾਡਾ ਇੰਡੀਆ ਹੈ ਜਾਂ ਅਫਰੀਕਨ ਕੰਟਰੀਜ਼ ਨੇ, ਕਾਫੀ ਪੂਅਰ ਕੰਟਰੀਜ਼ ਵੇਅਰ ਅੰਡਰ ਡਿਵੈਲਪਮੈਂਟ ਨੇ, ਉਹਨਾਂ ਦੇ ਵਿੱਚ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ ਇਹ ਗੇਮ ਬੇਸਡ ਲਰਨਿੰਗ ਨੂੰ ਜ਼ਿਆਦਾ ਬੜਾਵਾ ਦੇ ਰਹੀ ਹੈ। ਕਿੱਦਾਂ ਤਿਆਰੀ ਕਰਦੀ ਹੈ ਪੜ੍ਹਾਈ ਦੇ ਨਾਲ, ਇਹਦੇ ਲਈ ਕਿੰਨਾ ਟਾਈਮ ਕੱਢਦੀ ਹੈ, ਦੇਰ ਤੱਕ ਪੜ੍ਹਦੀ ਹੈ, ਉੱਥੇ ਜਾਣ ਲਈ ਕਿੰਨੀ ਕੁ ਐਕਸਾਈਟਡ ਹੈ, ਕਿੰਨੀ ਤਿਆਰੀ ਕਰ ਰਹੀ ਹੈ, ਤੁਸੀਂ ਕੀ ਹੈਲਪ ਕਰ ਰਹੀ ਹੈ? ਇਹਦੀ ਜਿਹੜੀ ਰੂਟੀਨ ਹੈ, ਹੁਣ ਪਿਛਲੇ 5 ਸਾਲ ਤੋਂ ਅਗਰ ਆਪਾਂ ਦੇਖੀਏ ਤਾਂ ਇਹਦੀ ਕਾਫੀ ਰੂਟੀਨ ਸਵੇਰੇ 5 ਵਜੇ ਤੋਂ ਲੈ ਕੇ ਰਾਤ ਨੂੰ 11 ਜਾਂ 12 ਵਜੇ ਤੱਕ ਇਹਦੀ ਇੱਕ ਰੂਟੀਨ ਡਿਸਿਪਲਿਨ ਬਣਿਆ ਹੋਇਆ ਕਿ ਮੈਂ ਆਹ ਟਾਈਮ 'ਚ ਆਪਣੀ ਐਕਸਰਸਾਈਜ਼ ਕਰਨੀ ਹੈ, ਆਹ ਟਾਈਮ 'ਤੇ ਮੈਂ ਆਪਣੀ ਐਜੂਕੇਸ਼ਨ ਹੈ, ਇਸ ਟਾਈਮ 'ਤੇ ਮੈਂ ਆਪਣੇ ਸੈਸ਼ਨ ਅਟੈਂਡ ਕਰਨੇ ਹੈ। ਈਵਨ ਔਨਲਾਈਨ ਕਈ ਕੋਰਸਿਸ ਨੂੰ ਇਹਨੇ ਜੁਆਇਨ ਕੀਤਾ ਜਿੱਥੋਂ ਇਹ ਖੁਦ ਆਪਣੀ ਲਰਨਿੰਗ ਕਰਦੀ ਹੈ ਔਰ ਕਈ ਕਲਾਸਿਸ ਇੱਦਾਂ ਅਟੈਂਡ ਕਰਦੀ ਹੈ ਜਿਹਦੇ ਨਾਲ ਬੱਚਿਆਂ ਨੂੰ ਇਹ ਪੜ੍ਹਾਉਂਦੀ ਵੀ ਹੈ। ਪਲੱਸ ਸਕੂਲ ਦੀ ਐਕਟੀਵਿਟੀਜ਼ ਕਾਫੀ 6 to 8 ਆਵਰਸ ਸਕੂਲ ਦੇ ਵਿੱਚ ਵੀ ਨਿਕਲ ਜਾਂਦੇ ਆ। ਪਰ ਇਹਦੀ ਮੇਨ ਜਰਨੀ ਸ਼ੁਰੂ ਹੋਈ ਸੀ ਕੋਵਿਡ ਦੇ ਟਾਈਮ ਦੇ ਵਿੱਚ, ਕਿਉਂਕਿ ਉਸ ਟਾਈਮ ਦੇ ਵਿੱਚ ਇੱਕੋ ਸਫੀਸ਼ੀਐਂਟ ਟਾਈਮ ਹੁੰਦਾ ਸੀ, ਤੁਸੀਂ ਸਕੂਲ ਨਹੀਂ ਜਾ ਰਹੇ, ਔਨਲਾਈਨ ਕਲਾਸਿਸ ਅਟੈਂਡ ਕਰ ਰਹੇ, ਪਰ ਟਾਈਮ ਹੈ। ਉਦੋਂ ਇਹਨੇ ਈਵਨ ਔਨਲਾਈਨ ਕੋਰਸਿਸ ਵੀ ਜੁਆਇਨ ਕੀਤੇ ਜਿਹਦੇ ਨਾਲ ਇਹਨੇ ਕਾਫੀ ਕੁਝ ਸਿੱਖਿਆ ਅਤੇ ਉਹਨੂੰ ਫਿਰ ਅੱਗੇ ਈਵਨ ਲੋਕਾਂ ਦੇ ਵਿੱਚ ਵੀ ਪਹੁੰਚਾਇਆ ਕਿ ਐਜੂਕੇਸ਼ਨ ਨੂੰ ਈਜ਼ੀ ਕਿੱਦਾਂ ਕੀਤਾ ਜਾ ਸਕਦਾ ਹੈ। ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ ਆਪਣੀ ਬੱਚੀ ਬਾਰੇ? ਮੈਨੂੰ ਬਹੁਤ ਅੱਛਾ ਲੱਗਦਾ ਹੈ, ਗਰਵ ਮਹਿਸੂਸ ਹੁੰਦਾ ਹੈ ਕਿ ਇਹ ਸਹੀ ਡਾਇਰੈਕਸ਼ਨ 'ਚ ਜਾ ਰਹੀ ਹੈ। ਔਰ ਅਗਰ ਆਪਾਂ ਇਹਦੀ ਏਜ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਇਸ ਏਜ ਦੇ ਵਿੱਚ ਇਹਨੇ ਇੱਕ ਆਪਣਾ ਮਾਈਂਡ ਸੈੱਟ ਇਹ ਕੀਤਾ ਹੋਇਆ ਕਿ ਮੈਂ ਐਜੂਕੇਸ਼ਨ ਦੇ ਨਾਲ ਇੱਕ ਐਂਟਰਪ੍ਰੇਨਰਸ਼ਿਪ ਦੇ ਥਰੂ, ਜਿਹਨੂੰ ਆਪਾਂ ਸਟਾਰਟਅਪ ਵੀ ਅੱਜ ਕਹਿੰਦੇ ਹਾਂ, ਕਿ ਉਹ ਐਜੂਕੇਸ਼ਨ ਬੇਸਡ ਸਟਾਰਟਅਪ ਬਣਾ ਕੇ ਰੂਰਲ ਏਰੀਆ ਦੇ ਵਿੱਚ ਗਰੀਬ ਬੱਚਿਆਂ ਤੱਕ ਈਜ਼ੀ ਵੇ ਨਾਲ ਜਿਹੜੀ ਐਜੂਕੇਸ਼ਨ ਪਹੁੰਚਾਈ ਜਾ ਸਕੇ, ਉਹਦੇ ਉੱਤੇ ਇਹਦਾ ਮੇਨ ਫੋਕਸ ਹੈ। ਤੁਸੀਂ ਕੀ ਸੋਚਿਆ ਸੀ, ਬੱਚੀ ਨੂੰ ਕੀ ਬਣਾਉਣ ਬਾਰੇ ਸੋਚਿਆ ਸੀ, ਜਿੱਦਾਂ ਜਾ ਰਹੀ ਹੈ ਤੁਸੀਂ ਉਹ ਸੋਚਿਆ ਸੀ ਕਿ ਨਹੀਂ, ਅਸੀਂ ਪੇਰੈਂਟਸ ਦਾ ਤਾਂ ਦੇਖੋ ਇਹ ਹੁੰਦਾ ਕਿ ਬੱਚੇ ਅੱਛੀ ਐਜੂਕੇਸ਼ਨ ਲੈ ਸਕਣ, ਅੱਛੀ ਐਜੂਕੇਸ਼ਨ ਦੇ ਨਾਲ ਆਪਣਾ ਜਿਹੜਾ ਕੰਮ ਕਰਨ, ਉਹ ਕੰਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਕਿ ਜਿਹੜੀ ਤੁਸੀਂ ਐਜੂਕੇਸ਼ਨ ਟਰਾਂਸਫਾਰਮ ਕਰ ਰਹੇ ਹੋ ਲੋਕਾਂ ਦੇ ਵਿੱਚ, ਉਹਦੇ ਨਾਲ ਅੱਗੇ ਲੋਕਾਂ ਨੂੰ ਜਿਹੜਾ ਬੈਨੀਫਿਟ ਹੈ, ਕੋਈ ਵੀ ਐਜੂਕੇਸ਼ਨ ਅਗਰ ਕਿਸੇ ਨੂੰ ਦਿੱਤੀ ਹੈ, ਉਹਨੇ ਅੱਗੇ ਕੀ ਅਚੀਵ ਕੀਤਾ ਹੈ, ਅਗਰ ਤਾਂ ਉਹ ਅੱਛਾ ਕੁਝ ਕਾਬਿਲ ਬਣ ਸਕਿਆ ਦੂਸਰਾ ਪਰਸਨ, ਤੇ ਉਹ ਇਹਨੂੰ ਪ੍ਰਾਊਡ ਮਹਿਸੂਸ ਕਰਵਾਉਂਦਾ ਹੈ। ਤੇ ਉਸ ਐਂਗਲ ਨਾਲ ਹੀ ਇਹ ਆਪਣਾ ਐਜੂਕੇਸ਼ਨ ਨੂੰ ਸਪਰੈਡ ਕਰ ਰਿਹਾ। ਕਿੱਦਾਂ ਦੀ ਤਿਆਰੀ ਕਰ ਰਹੀ ਹੈ, ਤੁਸੀਂ ਕਿੰਨੀ ਹੈਲਪ ਕਰ ਰਹੇ ਹੋ? ਇਸ ਟਾਈਮ ਜ਼ਿਆਦਾ ਇਹਦਾ, ਹੁਣ ਪਹਿਲਾਂ ਤਾਂ ਸੀਗਾ ਕਿ ਸਿਰਫ ਐਜੂਕੇਸ਼ਨ ਇਸ ਐਂਗਲ ਨਾਲ ਸੀਗੀ ਕਿ ਇਹ ਲੋਕਾਂ ਨੂੰ ਐਜੂਕੇਟ ਕਰਦੇ ਸੀ, ਉਹਦੇ ਨਾਲ ਇਹਨੂੰ ਕਾਫੀ ਕੁਝ ਆਪਣਾ ਵੀ ਸਿੱਖਣ ਨੂੰ ਮਿਲਦਾ ਸੀ। ਲੇਕਿਨ ਹੁਣ ਇਹ ਇੰਪੈਕਟ ਦੇ ਉੱਤੇ ਵੀ ਜ਼ਿਆਦਾ ਕੰਮ ਕਰ ਰਹੀ ਕਿ ਜੇ ਮੈਂ ਕਿਸੇ ਨੂੰ ਪੜ੍ਹਾ ਰਹੀ ਹਾਂ ਅਤੇ ਉਹਨੂੰ ਉਹਦਾ ਬੈਨੀਫਿਟ ਵੀ ਮਿਲ ਰਿਹਾ, ਉਹ ਅੱਛੇ ਤਰੀਕੇ ਨਾਲ ਐਜੂਕੇਟ ਹੋ ਰਿਹਾ, ਉਹਦੀ ਲਾਈਫ 'ਚ ਕੀ ਚੇਂਜ ਆਈ, ਉਹ ਅੱਗੇ ਹੁਣ ਕੀ ਕਰ ਰਿਹਾ। ਕੌਣ ਜਾ ਰਿਹਾ ਹੈ ਇਸ ਇਵੈਂਟ ਦੇ ਉੱਤੇ ਤਾਂ ਬੇਟੀ ਜਾ ਰਹੀ ਹੈ ਅਤੇ ਮੇਰੀ ਵਾਈਫ ਜਾ ਰਹੀ ਹੈ, ਕਿਉਂਕਿ ਮਦਰ ਦੀ ਸਪੋਰਟ ਨਾਲ ਰਹਿ ਗਈ, ਸ਼ੀ ਇਜ਼ ਅੰਡਰ 18, ਤੋਂ ਉਹਦੇ ਨਾਲ ਜ਼ਰੂਰੀ ਹੈ ਅਤੇ ਇਹ ਦੋਨੋਂ ਜਾਣਗੇ।
ਫਿਊਚਰ ਦਾ ਤਾਂ ਇਹੀ ਹੈ ਕਿ ਬੈਸਟ ਐਜੂਕੇਸ਼ਨ ਅਗਰ ਇਹਨੂੰ ਮਿਲੇਗੀ। ਦੇਖੋ ਮੇਨ ਚੀਜ਼ ਹੁੰਦੀ ਟਾਈਮ ਵਾਪਸ ਨਹੀਂ ਆਉਂਦਾ। ਅਗਰ ਟਾਈਮ ਦੇ ਨਾਲ ਕਈ ਚੀਜ਼ਾਂ ਸਹੀ ਟਾਈਮ 'ਤੇ ਅਗਰ ਕੋਈ ਚੀਜ਼ ਅਚੀਵ ਕੀਤੀ ਜਾ ਸਕਦੀ ਹੈ ਤਾਂ ਤੁਸੀਂ ਆਉਣ ਵਾਲਾ ਜਿਹੜਾ ਟਾਈਮ ਹੈਗਾ ਆਪਣੇ ਲਈ ਵੀ ਈਜ਼ੀ ਕਰ ਲੈਂਦੇ ਹੋ ਔਰ ਸੁਸਾਇਟੀ ਨੂੰ ਵੀ ਬਹੁਤ ਕੁਝ ਦੇ ਕੇ ਜਾਂਦੇ ਹੋ ਕਿ ਹਾਂਜੀ ਇਹ ਈਜ਼ੀ ਗੋਇੰਗ ਅਗਰ ਹੋਏਗਾ, ਪ੍ਰੈਸ਼ਰ ਘੱਟ ਹੋਏਗਾ ਤਾਂ ਤੁਸੀਂ ਸੋਸ਼ਲ ਵਰਕ ਬਹੁਤ ਅੱਛੇ ਤਰੀਕੇ ਨਾਲ ਕਰ ਸਕਦੇ ਹੋ। ਅਕਸਰ ਬੱਚਿਆਂ ਨੂੰ ਇਹ ਦੇਖਣ ਨੂੰ ਮਿਲਦਾ ਵੀ ਉਹ ਫੋਨ ਤੇ ਲੱਗੇ ਰਹਿੰਦੇ ਨੇ, ਉਹ ਘਰ ਦੇ ਵੀ ਗਾਲਾਂ ਕੱਢਦੇ ਨੇ, ਟਾਈਮ ਵੇਸਟ ਕਰਦਾ ਹੈ। ਨਹੀਂ, ਇਹਦਾ ਕਿੱਦਾਂ ਹੈ? ਇਹਦਾ ਤਾਂ ਸ਼ੁਰੂ ਤੋਂ ਇੱਦਾਂ ਨਹੀਂ ਸੀਗਾ। ਇਹਨੇ ਈਵਨ ਮਾਈਨਕ੍ਰਾਫਟ ਜਿਹੜਾ ਹੈਗਾ ਮਾਈਕਰੋਸਾਫਟ ਦਾ, ਉਹ ਵਾਈਫ ਯੂਜ਼ ਕਰਦੇ ਸੀਗੇ ਕਿਉਂਕਿ ਉਹ ਮਾਈਕਰੋਸਾਫਟ ਦੀ ਟਾਈ ਅਪ ਦੇ ਵਿੱਚ ਹੈ। ਤੇ ਇਹਨੇ ਉਹਨੂੰ ਜਦੋਂ ਦੇਖਿਆ ਕਿ ਇਹ 'ਚ ਕੀ ਹੈਗਾ, ਕੀ ਵਰਕਿੰਗ ਹੁੰਦੀ ਹੈ, ਗੇਮ ਹੈ, ਪਰ ਉਹਨੇ ਆਈਡੀਆ ਖੁਦ ਇੰਪਲੀਮੈਂਟ ਸੋਚਿਆ ਕਿ ਇਹ ਆਈਡੀਆ ਨੂੰ ਤਾਂ ਮੈਂ ਐਜੂਕੇਸ਼ਨ ਦੇ ਵਿੱਚ ਲੈ ਕੇ ਜਾ ਸਕਦੀ ਹਾਂ। ਇਹਦੇ ਨਾਲ ਮੈਂ ਕਾਫੀ ਕੁਝ ਗੇਮ ਬੇਸਡ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਂ ਗੇਮ ਬਣਾ ਸਕਦੀ ਹਾਂ ਜਿਹਦੇ ਨਾਲ ਬੱਚਿਆਂ ਨੂੰ ਜਿਹੜੀ ਸਾਇੰਸ ਦੇ ਵਿੱਚ ਜਾਂ ਮੈਥ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਹੈਗੀਆਂ ਉਹ ਬੜੇ ਈਜ਼ੀ ਵੇ ਨਾਲ ਉਹ ਸਿੱਖ ਸਕਦੇ ਆ। ਔਰ ਇਹ ਟੈਕਨੋਲੋਜੀ ਇੰਨੀ ਕਾਸਟਲੀ ਨਹੀਂ ਹੈ ਕਿ ਸਕੂਲਸ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਸੈਟਅਪ ਲੈ ਕੇ ਆਉਣ ਦੀ ਲੋੜ ਹੈ। ਇਸ ਲਈ ਇਹਨੇ ਚੀਪੈਸਟ ਵੇ ਨਾਲ ਜਿਹੜੀ ਡਿਜੀਟਲ ਟਰਾਂਸਫੋਰਮੇਸ਼ਨ ਹੈ ਉਹਦੇ ਥਰੂ ਐਜੂਕੇਸ਼ਨ ਨੂੰ ਸਪਰੈਡ ਕੀਤਾ ਜਾ ਸਕਦਾ ਹੈ ਔਰ ਗੇਮ ਬੇਸਡ ਲਰਨਿੰਗ ਦੇ ਥਰੂ ਬੱਚਿਆਂ ਨੂੰ ਸਿੱਖਣ ਨੂੰ ਬੜਾ ਈਜ਼ੀ ਰਹਿੰਦਾ ਹੈ। ਨਹੀਂ ਤਾਂ ਬੱਚੇ ਮੋਸਟਲੀ ਗੇਮਸ 'ਤੇ, ਜਿੱਦਾਂ ਤੁਸੀਂ ਮੈਨੂੰ ਹੁਣ ਕਿਹਾ ਹੀ ਹੈ ਕਿ ਮੋਬਾਈਲ 'ਤੇ ਸਾਰਾ ਦਿਨ ਲੱਗੇ ਰਹਿੰਦੇ ਆ ਅਤੇ ਉਹ ਹੈਗਾ ਕਿ ਉਹ ਜੋ ਬਣਿਆ ਹੋਇਆ ਉਹਦੇ ਵਿੱਚ ਆਪਣੇ ਟਾਰਗੇਟ ਸੈੱਟ ਕਰਦੇ ਰਹਿੰਦੇ ਕਿ ਆ ਲੈਵਲ 1 ਕਰ ਲਿਆ, ਲੈਵਲ 2 ਕਰ ਲਿਆ ਹਨ, ਲੇਕਿਨ ਉਹ 'ਚ ਲਰਨਿੰਗ ਕੁਛ ਨਹੀਂ ਹੈ। ਇਹ ਜਿਹੜਾ ਇਹਨੇ ਉਸੀ ਚੀਜ਼ ਨੂੰ ਲਰਨਿੰਗ ਪਾਥ ਦੇ ਵਿੱਚ ਇਵੈਲੂਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਦੇ ਥਰੂ ਇਹਨਾਂ ਸਕੂਲ ਦੇ ਹੀ ਜਿਹੜੇ ਸਿਲੇਬਸ ਨੇ ਉਹਨੂੰ ਮੈਂ ਇਸ ਵੇ ਨਾਲ ਡਿਜ਼ਾਈਨ ਕਰਦਾ ਹਾਂ ਕਿ ਬੱਚਿਆਂ ਨੂੰ ਮੁਸ਼ਕਿਲ ਨਾ ਆਏ। ਪੰਜਾਬ ਚੋਂ ਪਹਿਲੇ ਇੰਡੀਆ ਚੋਂ ਪਹਿਲੇ ਕਿੱਦਾਂ ਜਿਹੜੀ ਸਿਲੈਕਸ਼ਨ ਹੋਈ ਹੈ ਉੱਥੇ ਕੀ ਨੋਟ ਸਪੀਕਰ ਨੇ? ਦੇਖੋ ਉਹਨਾਂ ਨੇ ਸਾਨੂੰ ਤਾਂ ਇਹ ਵੈਸੇ ਇੰਨਾ ਆਈਡੀਆ ਨਹੀਂ ਹੈ, ਲੇਕਿਨ ਉਹਨਾਂ ਦਾ ਜੋ ਇਸ ਟਾਈਮ 2 ਬੱਚਿਆਂ ਨੂੰ ਉਹਨਾਂ ਨੇ ਸਿਲੈਕਟ ਕੀਤਾ, ਇੱਕ ਕਿਸੇ ਹੋਰ ਕੰਟਰੀ ਤੋਂ ਹੈ, ਉਹ ਵੀ ਅੰਡਰ 16 ਜਾਂ ਅੰਡਰ 18 ਹੈ, ਉਹ ਵੀ ਸੋਸ਼ਲ ਵਰਕਿੰਗ ਦੇ ਵਿੱਚ ਹੀ ਹੈ, ਔਰ ਇੱਕ ਇਹ ਹੈ 16 ਈਅਰਸ ਦੇ, ਹੈ ਨਾ। ਅਤੇ ਉਹਨਾਂ ਨੂੰ ਇਹ ਹੈ ਕਿ ਜੋ ਸਾਨੂੰ ਲੱਗਦਾ ਹੈਗਾ ਕਿ ਅੱਜ ਤੱਕ ਐਂਟਰਪ੍ਰੇਨਰ, CEO ਹਾਈ ਲੈਵਲ ਦੇ ਜਾਂ ਜੋ ਐਜੂਕੇਸ਼ਨ ਦੇ ਵਿੱਚ ਕਾਫੀ ਹਾਈ ਰੈਂਕ ਦੇ ਲੋਕ ਨੇ, ਉਹੀ ਆ ਕੇ ਉੱਥੇ ਐਜ਼ ਏ ਕੀਨੋਟ ਸਪੀਕਰ ਐਜੂਕੇਸ਼ਨ ਟਰਾਂਸਫੋਰਮੇਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਸੀਗੇ। ਲੇਕਿਨ ਉਹਨਾਂ ਨੇ ਇਸ ਟਾਈਮ ਜੋ ਫਸਟ ਟਾਈਮ ਦੇਖਿਆ ਜਾਏ ਤਾਂ ਉਹਨਾਂ ਨੇ ਬੱਚਿਆਂ ਨੂੰ ਬੁਲਾਇਆ ਕਿ ਬੱਚਿਆਂ ਦਾ ਆਈਡੀਆ ਲਿਆ ਜਾਏ ਕਿ ਬੱਚਿਆਂ ਦੇ ਅਕੋਰਡਿੰਗਲੀ ਐਜੂਕੇਸ਼ਨ ਅੱਜ ਦੀ ਡੇਟ 'ਚ ਕਿੱਦਾਂ ਈਜ਼ੀ ਵੇ ਨਾਲ ਆਲ ਓਵਰ ਦਾ ਵਰਲਡ ਸਪਰੈਡ ਕੀਤੀ ਜਾ ਸਕਦੀ ਹੈ, ਜਿਸ ਨਾਲ ਬੱਚਿਆਂ ਨੂੰ ਸੁਸਾਇਟੀ ਦੇ ਵਿੱਚ ਐਜੂਕੇਸ਼ਨ ਨੂੰ ਲਈ ਜੋ ਵੀ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਹੈਗੀਆਂ ਉਹ ਉਹਨੂੰ ਰੈਕਟੀਫਾਈ ਕੀਤਾ ਜਾ ਸਕਦਾ ਹੈ। ਐਕਸਾਈਟਡ ਹੋ, ਕਿੰਨਾ ਕੁ ਮਤਲਬ ਮਹਿਸੂਸ ਕਰ ਰਹੇ ਹੋ? ਸੋਚਿਆ ਸੀ ਕਿ ਇਦਾਂ ਦਾ ਸਮਾਂ ਆਊਗਾ, ਇੱਕੋ ਦਮ ਜਦੋਂ ਮਿਲਿਆ ਕਿੱਦਾਂ ਦਾ ਦੇਖਿਆ? ਨਹੀਂ, ਇਸ ਤਰ੍ਹਾਂ ਤਾਂ ਨਹੀਂ ਪਹਿਲਾਂ ਪਤਾ ਸੀਗਾ, ਲੇਕਿਨ ਬਹੁਤ ਅੱਛਾ ਲੱਗਿਆ ਕਿਉਂਕਿ ਜਦੋਂ ਐਜੂਕੇਸ਼ਨ ਕਮਿਊਨਿਟੀ ਤੁਹਾਨੂੰ ਆਨਰ ਕਰਦੀ ਹੈ ਦੈਟ ਮੀਨਸ प्राउड फील होता है बहुत ज़्यादा। मेरा नाम नाम्या जोशी है। मैं अभी 16 इयर्स ओल्ड की हूँ और मैं 11th क्लास में पढ़ती हूँ सतपाल मित्तल स्कूल में और मैं लुधियाना में रहती हूँ। आपकी हॉबीज क्या हैं, क्या करती हो आप? मेरी हॉबीज़ है, मेरे को गेम्स खेलना बहुत पसंद है, बी इट ऑफलाइन ऑनलाइन। ऑनलाइन जैसे माइनक्राफ्ट, और ऑफलाइन में फेवरेट स्पोर्ट बास्केटबॉल है और मैं बैडमिंटन भी खेलती हूँ। उसके अलावा मेरे को स्केचिंग करना, पोइट्री लिखना और रीडिंग करना बहुत पसंद है। ਜੋ ਐਡਿਟਿਕਸ ਕਾਨਫਰੰਸ ਹੋ ਰਹੀ ਹੈ ਉਹ ਕਿੱਦਾਂ, ਉਹਦੇ ਨਾਲ ਤੁਸੀਂ ਕੰਟੈਕਟ ਕਿੱਦਾਂ ਹੋਇਆ, ਤੁਹਾਡਾ ਇਨਵੀਟੇਸ਼ਨ ਕਿੱਦਾਂ ਆਈ, ਕਿੱਦਾਂ ਸਿਲੈਕਸ਼ਨ ਹੋਈ? तो मेरे को उनकी तरफ से अप्रोच किया गया था कि दे वांट मी टू कम एंड स्पीक देयर एट द प्लेटफॉर्म। उसका प्लेटफॉर्म का नाम है BET, BTT, एंड इट इज़ वर्ल्ड्स बिगेस्ट ऑर्गेनाइजेशन जहाँ 30,000 प्लस एजुकेटर्स लाइक इन्वॉल्व हैं इस ऑर्गेनाइजेशन पे। एंड यहाँ पे एजुकेशन बेस्ड टॉक्स होते हैं, जहाँ इट इज़ अ ग्लोबल प्लेटफॉर्म वेयर पीपल कैन कम एंड यहाँ से जो टॉक्स जो लोग सुनते हैं उससे लोगों के आइडियाज़ स्पार्क होते हैं कि क्लासरूम में लर्नर और टीचर्स का इंगेजमेंट कैसे क्रिएट करें। तो वहाँ पे मैं 2 कीनोट सेशंस के लिए सिलेक्ट की गई हूँ, 25th को और 26th को।
जिन 2 सेशंस के बारे में है। पहला सेशन है गेम बेस्ड लर्निंग का रोल सोशल इमोशनल डेवलपमेंट में, और सेकंड सेशन है गेम बेस्ड लेसन प्लान्स कैसे बनाते हैं। सिलेक्शन कितना की थी, इनविटेशन कितना कॉन्टैक्ट किया था? तो मेरे को उनकी तरफ से एक मेल आई थी, और मैं पहले भी काफ़ी प्लेटफ़ॉर्म्स पे बोल चुकी हूँ, मैं टेड टेड टॉक्स भी दे चुकी हूँ, और मैंने फ़िनलैंड में केओस 2019 इवेंट में एक कीनोट टॉक दी थी, और फ्यूचर स्किल्स प्रोजेक्ट में भी मैंने काफ़ी टॉक्स दी हैं फ़िनलैंड में। इंडिया में भी ऑनलाइन, ऑफ़लाइन टॉक्स दी हैं, और मैं पिछले 5 साल से टीचर्स और स्टूडेंट्स को ट्रेन कर रही हूँ कि कैसे क्लासरूम में एंगेजमेंट क्रिएट कर सकते हैं विद गेम बेस्ड एंड स्टेम बेस्ड लर्निंग। और उसके लिए मैं माइनक्राफ्ट एक गेम है, बट मैंने उसको एजुकेशन की साइड दी, और मैंने उसमें 100 प्लस लेसन प्लान्स क्रिएट करे हैं। टू गिव एन एग्जांपल, लेट्स से फिजिक्स का टॉपिक है मोशन एंड वन डायमेंशन। बुक से सबको पढ़ना पसंद नहीं होता, बिकॉज टेक्स्ट बेस्ड लर्निंग बहुत मोनोटोनस हो जाती है। बट जब हम विजुअल लर्निंग से सीखते हैं, जैसे अगर हम वर्ड बोलें कैट, तो कैट से दिमाग में कैट की फेस लाइक एज अ शेप आती है, नॉट द वर्ड CAT। दैट्स वाई विजुअल लर्निंग की इंपॉर्टेंस बहुत ज़्यादा है। तो उसके लिए मैंने लेसन्स क्रिएट किए, टीचर्स को ट्रेन करा 15,000 प्लस स्टूडेंट्स एज वेल की कैसे वो भी अपने वेंचर स्टार्ट कर सकते हैं, और वो भी क्लासरूम में एंगेजमेंट कैसे ला सकते हैं। बिकॉज गेम्स का एक स्टिग्मा रहा है बहुत देर से कि गेम सिर्फ टाइम बर्बाद करते हैं, पर अगर यूज्ड फॉर द बेस्ट देन दे आर द मोस्ट पावरफुल टूल फॉर क्लासरूम एंगेजमेंट। तो मैं इतनी देर से इस फील्ड में काम करती आ रही हूँ। टीचर्स का जो भी मैंने उनके साथ एंगेज करा है कि कैसे वो भी इस क्लासरूम में अपनी क्लासरूम में एंगेजमेंट ला सकते हैं। तो मेरा उन्होंने प्रोफाइल रीड किया, मेरी वेबसाइट है naamhaijoshi.com, मेरा यूट्यूब चैनल भी है जहाँ पे मैं फ्री ऑफ कॉस्ट लेसन्स अपलोड करती हूँ, ताकि जो लोग यूज़ करना चाहें उसको यूज़ कर सकते हैं। तो बाय रीडिंग माय प्रोफाइल एंड द वर्क दैट आई हैव बीन डूइंग, उन्होंने मेरे को इनवाइट किया कि आई कम देयर टू शेयर माय पर्सपेक्टिव ऑन द व्यू ऑफ AI ऑन एजुकेशन, गेम बेस्ड लर्निंग। और आई एम द फर्स्ट स्टूडेंट अक्रॉस द वर्ल्ड टू गो एंड स्पीक एट द बेट प्लेटफॉर्म, एंड इंडिया से मैं फर्स्ट पर्सन वो जहाँ जाके वहाँ की नोट टॉक देगा। कितना तैयारी कर रहे हो ਤੁਸੀਂ ਉਸ ਸੈਸ਼ਨ ਲਈ? 2 ਸੈਸ਼ਨਸ ਕਿਉਂ, ਮਤਲਬ ਉਹਨਾਂ ਨੇ ਕਿਹਾ ਕਿ 1 ਸੈਸ਼ਨ क्यों नहीं? तैयारी कितना कर रहे हो? तो सेकंड डे ई स्पोर्ट्स डे के लिए बेस्ड है। ई स्पोर्ट्स इज बेसिकली ई स्पोर्ट्स गेम्स एंड ऑल। तो उसके लिए मेरे को दे हैव वो बेसिकली हैंड्स ऑन सेशन है, टीचर्स को आप ट्रेन करो कैसे बनाना है। फर्स्ट सेशन इज अ कीनोट ऑन लाइक जहाँ लिस्ट जो बेसिकली टॉक्स होती हैं। तो फर्स्ट इज अ फॉर्मल प्रॉपर टॉक, सेकंड सेशन इज हाउ पीपल कैन ट्राई इट हैंड्स ऑन। तो तभी मेरे को उसके लिए दो सेशंस मिले हैं ऑन ई स्पोर्ट्स बेसिकली एंड ऑल्सो ऑन द टॉक डे। तो तैयारी मैं अपनी प्रॉपर अच्छे से करूँ कि मैंने क्या-क्या बोलना है और मैंने क्या-क्या प्रेज़ेंट करना है, जैसे मैं आज तक करती आ रही हूँ। ਤੁਸੀਂ ਕਿਹੜੀ ਗੇਮਿੰਗ, ਮਤਲਬ ਤੁਸੀਂ ਆਪਣਾ ਕਰ ਰਹੇ ਹੋ ਗੇਮ ਤੋਂ ਪਹਿਲਾਂ ਆਨਲਾਈਨ ਗੇਮਿੰਗ ਕੀ ਕਰ ਰਹੇ ਹੋ? ਕਿਹੜੀ मैंने गेम एक ही यूज़ करी है एजुकेशन में, माइनक्राफ्ट जैसे मैंने बताया, पर और भी ऐसे टूल्स हैं जैसे कोडिंग विद पाइथन, जावा, HTML, CSS with other platforms like Wakelet, Adobe Express, you know, it can be Flip। तो माइनक्राफ्ट के साथ वो ऐप स्मैश करके यूज़ कर सकते हैं विद माइक्रोसॉफ्ट एंड गूगल टूल्स। तो डिफरेंट टूल्स, बट उनको माइनक्राफ्ट के साथ ऐप स्मैश करके मैंने यूज़ किया है। ਇਹ ਜਿਹੜੀ ਗੇਮਿੰਗ ਦੇ ਨਾਲ ਤੁਹਾਨੂੰ ਕਿੱਦਾਂ ਲੱਗਦਾ ਵੀ ਦੂਜਿਆਂ ਨੂੰ ਇਨੋਵੇਟ ਕੀਤਾ ਜਾ ਸਕਦਾ, ਉਹਨਾਂ ਨੂੰ ਅੱਗੇ ਲਿਜਾਇਆ ਜਾ ਸਕਦਾ ਸਟੂਡੈਂਟ ਲਈ ਕਿੰਨਾ तो टाइम? मैंने लाइक 5th में ये नोटिस किया था कि क्लासरूम में स्टूडेंट्स को बुक से पढ़ना इतना पसंद नहीं है, क्योंकि वो मोनोटोनस हो जाता है, जैसे मैंने आपको बोला पहले। और टीचर्स के लिए एक वर्कशॉप कंडक्ट हुई थी जहाँ पे हमने उनको सिखाना था कि आप माइनक्राफ्ट कैसे यूज़ कर सकते हो। तो वो डॉट्स कनेक्ट हुआ, मैंने सोचा कि ये गेम को हायर लेवल पे एस्केलेट किया जा सकता है। तो तब मैंने 6th स्टैंडर्ड में हिस्ट्री का लेसन बनाया था, इजिप्शियन सिविलाइजेशन। और मैंने अपनी टीचर को कहा कि आप जो नोट्स यूज़ करते हो उसकी जगह ये गेम जो मैंने लाइक गेम में ये लेसन बनाया इसको यूज़ करो। तो मेरे को इंस्टेंटली डिफरेंस दिखा, स्टूडेंट्स ज़्यादा एंगेज हुए, वो क्वेश्चंस पूछने लगे, बिकॉज़ हम सबको लाइक मी बीइंग अ लर्नर आई अंडरस्टैंड जो हमें चाहिए। आई एम नॉट लाइक कि मैं एक बड़ी एज की से छोटे बच्चों के बारे में, मैं अपनी सेम लेवल की एज के बच्चों को देख रही हूँ कि वो कैसे लर्न करना चाहते हैं। तो तभी मैंने गेम को यूज़ किया, और आई कुड सी स्टूडेंट्स वर कमिंग बैक एंड लर्निंग इन अ नॉन थ्रेटनिंग एनवायरनमेंट।
तो वो एक सक्सेस हुआ, तो उसने इंस्पिरेशन दी कि और लेसन्स बनाओ। और सिर्फ क्लासरूम के लिए नहीं, मैंने सस्टेनेबल डेवलपमेंट गोल्स के लिए भी लेसन्स बनाया है, क्योंकि लोग स्पीचेस देते हैं, हम सुन के भूल जाते हैं, और जब हम देखते हैं किसी चीज़ को कि हमारे देश और हमारी सोसाइटी के हालात क्या हैं, तो तब हमें समझ आता है कि हमने क्या करना है और क्या नहीं करना है। ਕਿੰਨੇ ਕੁ ਐਕਸਾਈਟਡ ਹੋ ਉੱਥੇ ਜਾਣ ਨੂੰ? ਕਿਹੜੀਆਂ ਡੇਟਾਂ ਨੇ ਜਦੋਂ ਤੁਸੀਂ ਸੁਣਿਆ ਵੀ ਤੁਸੀਂ ਜਾਣਾ, ਕਿੱਦਾਂ ਤੁਹਾਡਾ ਰਿਐਕਸ਼ਨ ਕੀਤਾ ਸੀ? मेरा सपना था कि मैं कभी लाइक एज़ अ प्लेटफ़ॉर्म बेट पे जाके बोलूँ, पर ये नहीं सोचा था कि मुझे कीनोट स्पीकर के लिए बुला लेंगे, तो मैं बहुत ग्रेटफुल हूँ गॉड को कि मुझे ये अपॉर्च्युनिटी मिली और मैं वहाँ जाके बोलूँगी। मोस्ट इम्पोर्टेंटली मैं एक्साइटेड हूँ लोगों से मिलने के लिए, क्योंकि मुझे कनेक्शन लाइक बहुत पसंद है, लोगों से मिलना, उनसे सीखना, तो या एक्साइटेड। ਹੋਰ ਤੁਸੀਂ ਕਿਹੜੇ-ਕਿਹੜੇ ਪਲੇਟਫਾਰਮ ਤੇ ਕੰਮ ਕਰ ਚੁੱਕੇ ਹੋ? ਤੁਹਾਨੂੰ ਪਹਿਲਾਂ ਕਿਤੇ ਸਨਮਾਨ ਕੀਤਾ ਗਿਆ ਹੈ? ਕੀ ਕਰ ਚੁੱਕੇ ਹੋ ਤੁਸੀਂ? तो जैसे मैंने बताया, मैंने लेसन्स बनाए हैं, टीचर स्टूडेंट्स को ट्रेन किया है, स्टूडेंट्स को हेल्प करा कि वो कैसे अपने खुद के वेंचर्स भी स्टार्ट करें। तो मेरा लाइफ में मोटो है ईच वन टीच 10। उसका मतलब होता है ईच वन पर्सन कैन टीच 10 एंड द चेन कीप्स ऑन कंटिन्यूइंग, तो वो रिपल रिएक्शन क्रिएट होता है। तो मेरे को अभी 2021 में प्रधानमंत्री राष्ट्रीय बाल पुरस्कार भी मिला था, यही स्टूडेंट्स वर्कशॉप्स कंडक्ट करने के लिए, लेसन्स बनाने के लिए और एक गेम को एजुकेशन में यूज़ करने के लिए। और अभी हाल ही में मेरे को टॉप 50 ग्लोबल स्टूडेंट प्राइज़ के अंडर भी लिस्ट किया गया है, जिसमें इंडिया से 5 लोग थे और मैं लाइक यंगेस्ट, लाइक वन ऑफ द यंगेस्ट, आई वाज़ इन द टॉप 50 लिस्ट दिस ईयर। ਕਿਹੜੀਆਂ ਡੇਟਸ ਨੂੰ ਜਾ ਰਹੇ ਹੋ? ਮਤਲਬ ਹਲੇ ਅਪਲਾਈ ਕਰਨਾ ਹੈ, ਵੀਜ਼ਾ ਲੈ ਲਿਆ ਜਾਂ ਲੈਣਾ ਹਲੇ? ਨਾਲ ਕੌਣ ਜਾਊਗਾ? अभी ये सब करना है, पर 25-26 को मैं जाऊँगी, मेरे साथ मेरी मम्मा आएँगे, ਕੌਣ ਸੀ? ਕਿਹੜਾ ਮੰਥ ਹੈ 25 ਨੂੰ? जनवरी, अगले साल, ਕੌਣ ਜਾਣਗੇ ਤੁਹਾਡੇ ਨਾਲ? मम्मा। ਕਿੱਦਾਂ ਲੱਗਦਾ ਤੁਹਾਨੂੰ ਵੀ ਤੁਸੀਂ ਜੋ ਰਿਜ਼ਰਵ ਕਰਦੇ ਸੀ ਇੱਥੇ ਜਾਣ ਨੂੰ? ਹੋਰ ਬੱਚਿਆਂ ਨੂੰ ਕੀ ਤੁਸੀਂ ਮਤਲਬ ਕਹਿਣਾ ਚਾਹੋਗੇ? अम, ऐसे किसी को होना चाहिए कि मैं ही डिज़र्व करता था जाना, क्योंकि अगर आप कुछ अच्छा कर रहे हो तो सोसाइटी को वापस देना भी बहुत इम्पोर्टेंट होता है। अगर आप सोसाइटी से कितना कुछ सीखते हो, तो वही मैं भी यही करती आ रही हूँ कि लोगों को अपनी जो स्किल सेट से कुछ अच्छा दूँ, तो वो आपको उसी किसी अच्छे वे में वापस आता है। तो काइंडनेस यू पुट आउट इन द वर्ल्ड ऑलवेज़ कम्स बैक टू यू। ਤੁਸੀਂ ਸਕੂਲ 'ਚ ਕਿਹੜੇ सब्जेक्ट ਲੈ ਕੇ पढ़ रहे हो? गेमिंग ਦੇ ਵਿੱਚ ਸਕੂਲ ਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ? अभी मैं 11th क्लास में हूँ, तो मैंने ह्यूमैनिटीज़ स्ट्रीम ली है। मेरे पास पॉलिटिकल साइंस, साइकोलॉजी, इकोनॉमिक्स, मैथ्स, हिस्ट्री विद इंग्लिश है। और मैंने स्कूल में भी काफ़ी लोगों को, लाइक मेरा बिगिनिंग स्कूल से ही हुआ था, जैसे मैंने बताया, वर्कशॉप कंडक्ट करने के लिए। और बाकी स्कूल भी बहुत सपोर्टिव है, हेल्प करता रहता है, मुझे जब भी ज़रूरत होती है कहीं जाने की, तो आई गेट द ऑप्शन। माय प्रिंसिपल मिसेस भूपिंदर गोगिया, जिनको अभी नेशनल टीचर अवार्ड भी मिला है, हमारी रिस्पेक्टेड प्रेसिडेंट से मिस द्रौपदी मुर्मू। तो स्कूल में भी काफ़ी मेरे को हमेशा मोटिवेट किया है कि आगे बढ़ते रहो। एडटेक मेन है कि है? एजुकेशनल विद टेक्नोलॉजी यूजिंग टेक फॉर गुड, कि आप एजुकेशन में टेक्नोलॉजी का गुड कैसे ला रहे हो और उसको फॉर द राइट पर्पस कैसे यूज़ करते हो। फ्यूचर की सोच रहे हो आगे? आई एम एमिंग टू बी अ सोशल एंटरप्रेन्योर। मैं अपने खुद के स्टार्टअप पे काम कर रही हूँ और ईच वन टीच 10 को आगे लेके जाने का है, और मेरा गोल भी है कि एज अ यूएन में जाके काम करना एंड रिप्रेजेंटिंग इंडिया देयर।